ਮੋਦੀ ਸਰਕਾਰ ਦੇ 100 ਦਿਨ ਪੂਰੇ ਹੋ ਗਏ ਨੇ, ਜਿਸ ਤੇ ਅੱਜ ਵੱਖ-ਵੱਖ ਕੇਂਦਰੀ ਮੰਤਰੀਆਂ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਪਰ ਪ੍ਰੈਸ ਕਾਨਫਰੰਸ ਕੀਤੀ ਗਈ। ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਨੇ ਸਰਕਾਰ ਦੀਆਂ 100 ਦਿਨਾਂ ਦੀਆਂ ਉਪਲਬਧੀਆਂ ਦੇਸ਼ ਦੇ ਸਾਹਮਣੇ ਰੱਖੀਆਂ ਨੇ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਹਰ ਵਰਗ ਦੇ ਲਈ ਕੰਮ ਕੀਤਾ ਹੈ। ਤਾਂ ਇਹ ਮੋਦੀ ਸਰਕਾਰ ਦੇ 100 ਦਿਨ ਦਾ ਜਿਹੜਾ ਹੈ ਪੂਰਾ ਲੇਖਾ ਜੋਖਾ ਉਹਨਾਂ ਦੇ ਵੱਲੋਂ ਰੱਖਿਆ ਗਿਆ। ਉਹਨਾਂ ਕਿਹਾ ਕਿ ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਉਣਾ ਸਰਕਾਰ ਦਾ ਇਤਿਹਾਸਕ ਫੈਸਲਾ ਹੈ ਅਤੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵੱਲ ਸਰਕਾਰ ਲਗਾਤਾਰ ਕਦਮ ਵਧਾ ਰਹੀ ਹੈ। ਨਾਲ ਹੀ ਜੋ ਬੈਂਕਾਂ ਦਾ ਰਲੇਵਾਂ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਹੀ ਬੈਂਕਾਂ ਦਾ ਰਲੇਵਾਂ ਕੀਤਾ ਗਿਆ ਹੈ। ਚੰਦਰਯਾਨ 2 ਦੇ ਬਾਰੇ ਵੀ ਉਹਨਾਂ ਨੇ ਬੋਲਿਆ ਕਿ ਚੰਦਰਯਾਨ 2 ਨੇ ਦੇਸ਼ ਦਾ ਮਾਣ ਵਧਾਇਆ। ਨਾਲ ਹੀ ਉਹਨਾਂ ਨੇ ਆਪਣੇ ਫੂਡ ਪ੍ਰੋਸੈਸਿੰਗ ਮੰਤਰਾਲੇ ਨੂੰ ਲੈ ਕੇ ਵੀ ਕਿਹਾ ਕਿ ਦੇਸ਼ ਭਰ ਵਿੱਚ 106 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅੱਜ ਸਾਡੇ ਵਾਸਤੇ, ਸਾਡੀ ਸਰਕਾਰ ਵਾਸਤੇ ਬਹੁਤ ਹੀ ਗਰਵ ਦਾ ਦਿਨ ਹੈਗਾ। I would say that it's an honor to be coming to the media within the first 100 days of a government. I don't think ਅੱਜ ਤੋਂ ਪਹਿਲੇ ਤੁਸੀਂ ਕੋਈ ਵੀ ਪਹਿਲੀ ਸਰਕਾਰ ਦੇਖੀ ਹੋਊਗੀ ਜਿਹੜੇ 100 ਦਿਨ ਬਾਅਦ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ ਦੇ ਕੋਲ ਆਉਂਦੀ ਹੈ। Normally this is called a honeymoon period, ਜਿੱਥੇ ਲੋਕੀ ਵੀ ਨਹੀਂ ਐਕਸਪੈਕਟ ਕਰਦੇ ਕਿ ਵੀ ਇਹ ਨਵੀਂ ਸਰਕਾਰ ਹੁਣੇ ਤਾਂ ਬਣੀ ਹੈ, ਕੋਈ ਕੰਮ ਕਰੇ। ਤੇ ਸਰਕਾਰਾਂ ਦਾ ਤਾਂ ਇਹ ਹੁੰਦਾ ਹੈ ਕਿ ਅਜੇ ਤਾਂ ਨਵੀਂ ਬਣੀ ਹੈ, ਮਸਾ ਇਲੈਕਸ਼ਨ ਲੜ ਕੇ ਆਇਆ, ਥੋੜ੍ਹਾ ਜਿਹਾ ਛੁੱਟੀ ਮਨਾਈਏ, ਆਰਾਮ ਕਰੀਏ ਤੇ ਉਹਦੇ ਬਾਅਦ ਅਜੇ 5 ਸਾਲ ਪਏ ਨੇ, ਫਿਰ ਕੰਮ ਕਰੀਏ। ਲੇਕਿਨ ਆਈ ਐਮ ਪ੍ਰਾਊਡ ਟੂ ਸੇ ਦੈਟ this government is very different. This is a Narendra Modi government who in 2014 when he took over, he said na khaunga na khane dunga, and ਅਸੀਂ ਕੈਬਨਿਟ 'ਚ ਮਜ਼ਾਕ ਕਰਦੇ ਸੀ ਕਿ ਨਾ ਸੌਣਗੇ ਨਾ ਸੌਣ ਦੇਣਗੇ। So to say that I am part of a team led by a bold, dynamic, decisive Prime Minister who I can say in 5 years has not taken a single break. In fact, at the end of every year, each ministry had to go and give their report card to the people. The government was answerable to the people for what they have done in year 1, year 2, year 3, year 4, year 5. But this is the first time that a government is coming to people within the first 100 days that what have we done. And I would say कि इस सरकार दी नीतियां दी पहचान ही आ हैगी कि इन्होंने 100 दिन के अंदर इहो जे काम कर दिखाए ਜਿਹੜਾ ਮੈਂ ਮਾਨ ਨਾਲ ਕਹਿ ਸਕਦੀ ਹਾਂ 70 ਸਾਲ 'ਚ ਕਿਸੇ ਸਰਕਾਰ ਨੇ ਕਰਨ ਦਾ ਕੰਮ ਨਹੀਂ ਕੀਤਾ ਸੀ। ਵਿਦਿਨ ਦਾ ਫਰਸਟ 100 ਡੇਜ਼ ਜਿਹੜਾ ਆਰਟੀਕਲ 370 ਨੂੰ ਇਸ ਸਰਕਾਰ ਨੇ ਵਿਚ ਵਾਸ ਅ ਟੈਂਪਰਰੀ ਅਰੇਂਜਮੈਂਟ, ਇਹਨੂੰ ਖਤਮ ਕਰਕੇ ਵਨ ਨੇਸ਼ਨ ਵਨ ਕਨਸਟੀਟਿਊਸ਼ਨ ਵਨ ਫਲੈਗ ਕਰਨ ਦਾ ਜਿਹੜਾ ਇੱਕ ਬੋਲਡ ਡਿਸੀਜਨ, ਇੱਕ ਟੈਂਪਰਰੀ ਚੀਜ਼ ਨੂੰ ਖਤਮ ਕਰਕੇ ਅੱਜ ਜੰਮੂ ਕਸ਼ਮੀਰ ਨੂੰ ਮੇਨ ਸਟਰੀਮ ਵਿੱਚ ਲਾਉਣ ਵਾਸਤੇ ਜਿਹੜੀ ਚੀਜ਼ਾਂ ਦੇ ਬੈਨੀਫਿਟਸ ਉਹਨਾਂ ਨੂੰ, ਰਾਈਟ ਟੂ ਐਜੂਕੇਸ਼ਨ, ਰਾਈਟ ਟੂ ਫੂਡ, ਹਸਪਤਾਲ ਬਣਨ, ਇੰਡਸਟਰੀ ਆਏ, ਐਜੂਕੇਸ਼ਨ ਇੰਸਟੀਟਿਊਟਸ ਬਣਨ, ਇਹ ਸਾਰੀ ਚੀਜ਼ਾਂ ਤੋਂ ਜਿਹੜੇ ਵਾਂਝੇ ਰਹਿ ਗਏ ਸੀ। ਇੱਥੇ ਤਾਈਂ ਕਿ ਉਹਨਾਂ ਦੇ ਬੈਕਵਰਡ ਨੂੰ, SC ST ਨੂੰ, ਗਰੀਬਾਂ ਨੂੰ ਜਿਹੜੀ ਜੌਬਸ ਦੀ ਰਿਜ਼ਰਵੇਸ਼ਨ ਉਸ ਤੋਂ ਵੀ ਵਾਂਝੇ ਰਹਿ ਗਏ ਸੀ। ਸੋ ਇੱਕ ਤਰ੍ਹਾਂ ਆਪਣਾ ਇਲਾਕੇ, ਆਪਣੇ ਦੇਸ਼ ਦਾ ਇੱਕ ਹਿੱਸਾ was developing at not the same pace as the rest of the country. And I would say to boost local economy, for job creation, to make Jammu Kashmir at par with all other states, ਜਿਹਦੇ ਕਰਕੇ ਲਦਾਖ ਦੀ ਜਿਹੜੀ ਲੰਬੀ ਮੰਗ ਸੀ ਕਿ ਸਾਨੂੰ UT ਬਣਾਇਆ ਜਾਏ ਤੇ ਜੰਮੂ ਐਂਡ ਕਸ਼ਮੀਰ ਨੂੰ ਜਿਹੜਾ 370 ਨੂੰ ਹਟਾ ਕੇ ਹੁਣ ਸਾਰੇ ਗਵਰਨਮੈਂਟ ਆਫ ਇੰਡੀਆ ਦੇ ਰੂਲਸ ਉੱਥੇ ਵੀ ਲਾਗੂ ਹੋਣਗੇ and they will be able to get all the benefits that any other state is getting. So I would say that this has been one of the strongest and the most decisive and the most bold steps that this government has decided to take. And ਬਥੇਰੀ ਸਰਕਾਰਾਂ ਆਈਆਂ ਗਈਆਂ ਨੇ, ਲੇਕਿਨ ਇੱਕ ਟੈਂਪਰਰੀ ਚੀਜ਼ ਨੂੰ ਹਟਾਉਣ ਵਾਸਤੇ 70 ਸਾਲ ਲੱਗ ਗਏ ਤੇ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਦੇ ਬਾਅਦ ਹੀ ਇਹ ਚੀਜ਼ਾਂ ਨੂੰ ਹਕੀਕਤ ਹੋਣ ਨੂੰ ਮਿਲਿਆ। I think what is a matter of great pride for all of us is the Chandrayaan, and I say it with a sense of satisfaction and pride that our scientists, without any foreign help or foreign know-how, they were the first people, the first country to attempt a landing on the south pole of the moon to determine where there is water. And the fact that we covered over
almost close to 4 lakh kilometers, 3 lakh 70 something kilometers, and only 2 kilometers short of the landing. I think it's something for our nation to be extremely proud of. And I think what makes me, while I'm proud of my scientists and what they have achieved, I think I would also like to say over here that credit goes to our Prime Minister. There are many fathers, so they say a saying, success has many fathers, but failure has none. But I would like to say that the way our Prime Minister stood by our scientists at this hour of their disappointment and did not, we all collectively took the blame and stood by them to give them that kind of sense of pride, how India came together, I think says that how the Prime Minister fathered this setback rather than letting it go that, okay, they could not do it. But it's a great achievement.